ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਸੋ ਅੱਜ ਅਸੀਂ ਸੁਖੀ ਜੀਵਨ ਦਾ ਜਿਹੜਾ ਦੂਸਰਾ ਪਾਰਟ ਆ ਉਹ ਵਚਨ ਦੇ ਵਿੱਚੋਂ ਸ਼ੇਅਰ ਕਰਾਂਗੇ। ਜੋ ਵੀ ਅਸੀਂ ਪਿਛਲੇ ਜੋ ਭਾਗ ਪਹਿਲਾਂ ਦੇਖਿਆ ਸੀ ਪਾਰਟ 1 ਸੁਖੀ ਜੀਵਨ ਦਾ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ, ਜੋ 3 ਪੁਆਇੰਟਸ ਆਪਾਂ ਦੇਖੇ ਸੀਗੇ ਕਿ ਇੱਕ ਆਪਾਂ ਜਿਹੜਾ ਦੁੱਖਾਂ ਦੇ ਜਿਹੜੀਆਂ ਜੜ੍ਹਾਂ ਬਾਰੇ ਗੱਲ ਕੀਤੀ ਸੀ ਕਿ ਇੱਕ ਤਾਂ ਅਸੀਂ ਜਿਹੜੀ ਮੈਰਿਜ ਆ ਉਹ ਠੀਕ ਤਰੀਕੇ ਨਾਲ ਨਹੀਂ ਕਰਦੇ, ਦੂਸਰਾ ਜੇ ਸਾਡੇ ਬੱਚੇ ਜਾਂ ਘਰ 'ਚੋਂ ਕੋਈ ਨਸ਼ੇ ਕਰਦਾ ਆ, ਤੀਸਰਾ ਜੇ ਸਾਡੇ ਘਰ 'ਚੋਂ ਕੋਈ ਪ੍ਰਭੂ ਨੂੰ ਨਹੀਂ ਮੰਨਦਾ ਜਾਂ ਪਰਿਵਾਰ ਅੱਧਾ ਮੰਨਦਾ ਹੈ ਜਾਂ ਸਾਡਾ ਜੀਵਨ ਸਾਥੀ ਨਹੀਂ ਮੰਨਦਾ। ਅੱਜ ਆਪਾਂ ਉਹ ਜਿਹੜੀਆਂ ਦੁੱਖਾਂ ਦੀਆਂ ਜੜ੍ਹਾਂ ਸੀ, ਅੱਜ ਦਾ ਜੋ ਵਿਸ਼ਾ ਆ ਦੁੱਖਾਂ ਦੀਆਂ ਜੜ੍ਹਾਂ ਨੂੰ ਖਤਮ ਕਰਨਾ ਹੈ। ਆਪਾਂ ਪਵਿੱਤਰ ਵਚਨ ਦੇ ਦੁਆਰਾ ਸਿੱਖਾਂਗੇ ਕਿ ਕਿੱਦਾਂ ਆਪਾਂ ਦੁੱਖਾਂ ਦੀਆਂ ਜੜ੍ਹਾਂ ਨੂੰ ਹੋਣ ਹੀ ਨਹੀਂ ਦੇਣਾ, ਜੇ ਹੋ ਗਈਆਂ ਤਾਂ ਉਹਨਾਂ ਨੂੰ ਕਿੱਦਾਂ ਖਤਮ ਕਰਨਾ। ਆਪਾਂ ਉਹੀ 3 ਪੁਆਇੰਟਸ ਲਵਾਂਗੇ। ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਵਚਨ ਦੇਖਦੇ ਹਾਂ। ਉਤਪਤ 24:14 ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਾਈ ਆਪਣਾ ਘੜਾ ਕੋਡਾ ਕਰੀ ਅਤੇ ਮੈਂ ਪੀਵਾਂਗਾ, ਤਾਂ ਉਹ ਆਖੇ ਪੀਓ ਔਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ। ਸੋ ਉਹ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ, ਅਤੇ ਮੈਂ ਇਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸੁਆਮੀ ਉੱਤੇ ਕਿਰਪਾ ਕੀਤੀ ਹੈ। ਸੋ ਜਦੋਂ ਆਪਾਂ ਆਪਣੇ ਬੱਚਿਆਂ ਦੀ ਮੈਰਿਜ ਕਰਦੇ ਹਾਂ, ਅਸੀਂ ਨਾ ਤੇ ਕੋਈ ਪ੍ਰੇਅਰ ਕਰਦੇ ਹਾਂ, ਪਹਿਲਾਂ ਅਸੀਂ ਝੱਟ ਜਿਹੜਾ 60-70 ਸਾਲ ਜੀਵਨ ਦਾ ਰਿਸ਼ਤਾ ਵਾਈਫ ਹਸਬੈਂਡ ਨੇ ਨਿਭਾਉਣਾ ਹੁੰਦਾ ਆ, ਅਸੀਂ ਝੱਟ ਹਾਂ ਕਰ ਦਿੰਦੇ ਹਾਂ, ਪਰ ਪਰਮੇਸ਼ਰ ਦੀ ਅਸੀਂ ਮਰਜ਼ੀ ਨਹੀਂ ਜਾਣਦੇ ਕੀ ਆ। ਜਿੱਦਾਂ ਅਬਰਾਹਮ ਨੇ ਆਪਣੇ ਨੌਕਰ ਨੂੰ ਕਿਹਾ ਕਿ ਮੇਰੇ ਪੁੱਤਰ ਜਿਹੜਾ ਇਸਹਾਕ ਲਈ ਉਹਦੇ ਲਈ ਤੂੰ ਇੱਕ ਵਾਈਫ ਜਿਹੜੀ ਉਹ ਪਤਨੀ ਲੱਭ ਕੇ ਲਿਆ, ਤੇ ਜਦੋਂ ਉਹ ਲੱਭਣ ਗਿਆ ਪਹਿਲਾਂ ਉਹਨੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਮੇਰਾ ਜਿਹੜਾ ਸਫ਼ਰ ਆ ਜੋ ਮੇਰੇ ਮਾਲਕ ਨੇ ਮੈਨੂੰ ਦਿੱਤਾ ਕੰਮ, ਉਹਦੇ ਵਿੱਚ ਮੈਂ ਸਫਲ ਹੋਵਾਂ। ਇਸ ਲਈ ਸਾਨੂੰ ਚਾਹੀਦਾ ਜਦੋਂ ਅਸੀਂ ਬੱਚਿਆਂ ਦੀ ਮੈਰਿਜ ਕਰਨੀ ਆ, ਪਹਿਲੋਂ ਅਸੀਂ ਪ੍ਰੇਅਰ ਕਰੀਏ ਪ੍ਰਭੂ ਅੱਗੇ। ਸੈਕੰਡ, ਜਿੱਦਾਂ ਉਹਦੇ ਅਬਰਾਹਮ ਦੇ ਨੌਕਰ ਨੇ ਇੱਕ ਪ੍ਰਭੂ ਤੋਂ ਇਸ਼ਾਰਾ ਮੰਗਿਆ, ਇੱਕ ਸਾਈਨ ਮੰਗਿਆ, ਅਸੀਂ ਵੀ ਪ੍ਰਭੂ ਤੋਂ ਸਾਈਨ ਮੰਗ ਸਕਦੇ ਹਾਂ। ਜਿੱਦਾਂ ਉਹਨੇ ਕਿਹਾ ਕਿ ਪ੍ਰਭੂ ਜਦੋਂ ਮੈਂ ਉਸ ਦੇਸ਼ ਨੂੰ ਜਾਵਾਂ ਜਿੱਥੇ ਉਹਨੇ ਅਬਰਾਹਮ ਨੇ ਨੌਕਰ ਨੂੰ ਭੇਜਿਆ ਸੀ, ਕਿ ਜਦੋਂ ਉੱਥੇ ਜਾਵਾਂ ਮੈਂ ਜਿਸ ਕੁੜੀ ਨੂੰ ਕਵਾਂ ਜਦੋਂ ਉਹ ਪਾਣੀ ਭਰਨ ਆਵੇ ਕਿ ਮੈਨੂੰ ਪਾਣੀ ਪਿਲਾ, ਤੇ ਉਹ ਆਪੇ ਹੀ ਇਹ ਗੱਲ ਕਵੇ ਕਿ ਮੈਂ ਤੇਰੇ ਊਠਾਂ ਨੂੰ ਵੀ ਪਾਣੀ ਪਿਲਾਉਂਗੀ। ਕਿਉਂਕਿ ਊਠਾਂ ਨੂੰ ਜਿਹੜਾ ਪਾਣੀ ਪਿਲਾਉਣਾ ਉਹ ਸੌਖਾ ਨਹੀਂ ਹੁੰਦਾ। ਇੱਕ 18-20 ਸਾਲ ਦੀ ਲੜਕੀ ਜਿਹੜੀ ਉਹ ਇੱਕ ਊਠ ਜਿਹੜਾ ਉਹ ਪਾਣੀ ਆ ਘੱਟੋ ਘੱਟ ਨਹੀਂ ਮੇਰੇ ਖਿਆਲ 30 ਜਾਂ 40 ਲੀਟਰ ਇੱਕ ਊਠ ਪੀਂਦਾ ਹੈ, ਤੇ ਉਹ ਆਪਣੇ ਨਾਲ 10 ਊਠ ਲੈ ਕੇ ਗਿਆ ਸੀ। ਉਹਨੇ ਸਾਰਿਆਂ ਨੂੰ ਉਹ ਪਾਣੀ ਪਿਲਾਇਆ। ਕਈ ਵਾਰੀ ਇਸ ਤਰ੍ਹਾਂ ਦਾ ਕੰਮ ਔਖਾ ਕਰਨਾ ਉਹ ਮਤਲਬ ਕਿ ਨਹੀਂ ਹੁੰਦਾ ਪ੍ਰਾਣੀ ਦੇ ਵੱਸ ਵਿੱਚ, ਪਰ ਜੋ ਉਹਨੇ ਪ੍ਰਭੂ ਨੂੰ ਕਿਹਾ ਜਿਹੜਾ ਅਬਰਾਹਮ ਦਾ ਨੌਕਰ ਸੀ, ਉਸੇ ਤਰ੍ਹਾਂ ਹੀ ਜਿਹੜੀ ਇਸਹਾਕ ਦੀ ਹੋਣ ਵਾਲੀ ਵਾਈਫ ਸੀ ਉਹਨੇ ਉਹੀ ਗੱਲ ਕਹੀ ਜੋ ਉਹਦੇ ਨੌਕਰ ਨੇ ਕਹੀ ਸੀ ਕਿ ਪ੍ਰਭੂ ਉਹ ਇਹ ਕਹੇ ਕਿ ਮੈਂ ਤੇਰੇ ਊਠਾਂ ਨੂੰ ਵੀ ਪਿਲਾਵਾਂਗੀ, ਤੇ ਮੈਂ ਇਹ ਤੋਂ ਕਹਿੰਦਾ ਜਾਣੂਗਾ ਕਿ ਪ੍ਰਭੂ ਕਿ ਇਹ ਜਿਹੜੀ ਇਸਹਾਕ ਦੀ ਆ ਜਿਹੜੀ ਉਹ ਵਾਈਫ ਇਹ ਹੋਊਗੀ। ਤੇ ਇੱਥੋਂ ਉਹ ਇਸ਼ਾਰਾ ਪ੍ਰਭੂ ਨੇ ਉਹਨੂੰ ਦਿੱਤਾ ਤੇ ਉਹਨੇ ਇਹ ਇਸ਼ਾਰੇ ਨੂੰ ਸਮਝਿਆ। ਇਸੇ ਤਰ੍ਹਾਂ ਅਸੀਂ ਪ੍ਰਭੂ ਕੋਲੋਂ ਅੱਜ ਵੀ ਇੱਦਾਂ ਇਸ਼ਾਰਾ ਲੈ ਸਕਦੇ ਹਾਂ। ਪ੍ਰਭੂ ਨੂੰ ਅਸੀਂ ਕਹਿ ਸਕਦੇ ਹਾਂ ਪ੍ਰਭੂ ਅਸੀਂ ਆਪਣੇ ਬੱਚਿਆਂ ਦੇ ਲਈ ਰਿਸ਼ਤਾ ਵੇਖਣ ਜਾ ਰਹੇ ਹਾਂ, ਸਾਨੂੰ ਕੋਈ ਸਾਈਨ ਦਿਓ, ਕੋਈ ਇਸ਼ਾਰਾ ਦਿਓ ਜਿਸ ਤੋਂ ਸਾਨੂੰ ਪਤਾ ਲੱਗੇ ਕਿ ਹਾਂ ਇਹ ਜਿਹੜੀ ਮੈਰਿਜ ਆ ਜਿਹੜੇ ਬੱਚਿਆਂ ਦੇ ਰਿਸ਼ਤੇ ਹੋ ਰਹੇ ਆ ਤੁਹਾਡੇ ਵੱਲੋਂ ਹਨ। ਜਿੱਦਾਂ ਅਸੀਂ ਕੋਈ ਸਾਈਨ ਮੰਗ ਸਕਦੇ ਹਾਂ, ਜਾਂ ਅਸੀਂ ਪ੍ਰਭੂ ਨੂੰ ਕਹਿ ਸਕਦੇ ਇੱਕ ਦਿਨ ਪਹਿਲਾਂ ਪ੍ਰੇਅਰ ਕਰਕੇ ਕਿ ਪ੍ਰਭੂ ਸਾਨੂੰ ਸੁਪਨਿਆਂ ਰਾਹੀਂ ਦੱਸ ਦਿਓ ਜਿੱਥੇ ਅਸੀਂ ਜਾਣਾ ਉੱਥੇ ਕਿੱਦਾਂ ਦਾ ਮਾਹੌਲ ਹੋਣਾ, ਕੀ ਹੋਣਾ, ਕਿਸ ਤਰ੍ਹਾਂ ਦਾ ਮੇਰੇ ਬੇਟੇ ਜਾਂ ਬੇਟੀ ਦਾ ਜੀਵਨ ਸਾਥੀ ਹੋਣਾ ਆ। ਤੇ ਅਸੀਂ ਉਹ ਜਿਹੜਾ ਆ ਪ੍ਰਭੂ ਤੋਂ ਇਸ਼ਾਰਾ ਲੈ ਸਕਦੇ ਹਾਂ, ਜਾਂ ਪ੍ਰਭੂ ਨੂੰ ਕਹਿ ਸਕਦੇ ਕਿ ਸਾਨੂੰ ਉਹਦੇ ਬਾਰੇ ਵਿਜ਼ਨ ਦਿਖਾਓ ਜੋ ਸਾਡੇ ਮੇਰੇ ਬੱਚੇ ਜਾਂ ਬੇਟੀ ਜਾਂ ਬੇਟੇ ਦਾ ਜੀਵਨ ਸਾਥੀ ਹੈ। ਪ੍ਰਭੂ ਕਿੱਦਾਂ ਇਸ਼ਾਰਾ ਦਿੰਦੇ ਆ, ਉਸ ਇਸ਼ਾਰੇ ਨੂੰ ਅਸੀਂ ਸਮਝਣਾ ਆ। ਜਿੱਦਾਂ ਮੰਨ ਲਓ ਤੁਹਾਨੂੰ ਵਿਜ਼ਨ ਦਿਖਾਇਆ ਜਾਂ ਸੁਪਨਾ ਦਿਖਾਇਆ ਕਿ ਤੁਸੀਂ
ਆਪਣੇ ਬੱਚੇ ਦੇ ਨਾਲ ਤੁਸੀਂ ਕੋਈ ਉਹਦਾ ਜੀਵਨ ਸਾਥੀ ਨੂੰ ਦੇਖਣ ਜਾ ਰਹੇ ਆ ਦੂਜੇ ਦੇ ਘਰ, ਤੇ ਪ੍ਰਭੂ ਨੇ ਤੁਹਾਨੂੰ ਵਿਜ਼ਨ ਦਿਖਾਇਆ ਕਿ 3 ਜਣੇ ਤੁਸੀਂ ਆ ਤੇ 3 ਜਣੇ ਹੀ ਅੱਗੋਂ ਜਿੱਥੇ ਤੁਸੀਂ ਘਰ ਜਾਣਾ ਉਹ ਆ। ਪਰ ਜਦੋਂ ਤੁਸੀਂ ਘਰ ਜਾਂਦੇ ਆ ਉੱਥੇ ਅੱਗਿਓਂ 4 ਜਣੇ ਹੁੰਦੇ ਆ, ਤੁਸੀਂ 4 ਤੇ 3 7 ਹੋ ਗਏ। ਪਰ ਪ੍ਰਭੂ ਨੇ ਕੀ ਵਿਜ਼ਨ ਜਾਂ ਸੁਪਨੇ ਦੇ ਵਿੱਚ ਦਿਖਾਇਆ ਸੀ ਕਿ ਤੁਸੀਂ 6 ਜਣੇ ਆ। ਕਈ ਪ੍ਰਾਣੀ ਇੱਥੋਂ ਧੋਖਾ ਖਾ ਜਾਂਦੇ ਆ ਕਿ ਸਾਨੂੰ ਸੁਪਨਾ ਆਇਆ ਸੀ, ਵਿਜ਼ਨ ਦਿਖਾਇਆ ਸੀ ਕਿ ਉਹ ਵੀ ਪ੍ਰਾਣੀ ਬੈਠੇ ਆ, ਅਸੀਂ ਵੀ ਬੈਠੇ ਆ, ਅਸੀਂ ਗੱਲਬਾਤ ਕਰ ਰਹੇ ਆ, ਸਾਨੂੰ ਸੁਪਨਾ ਇਹ ਪ੍ਰਭੂ ਨੇ ਦਿਖਾਇਆ। ਪਰ ਦੇਖਣਾ ਇਹ ਆ ਕਿ ਪ੍ਰਭੂ ਨੇ ਜੋ ਐਜ਼ ਇਟ ਇਜ਼ ਇਨ ਬਿਨ ਤੁਹਾਨੂੰ ਸੁਪਨੇ 'ਚ ਦਿਖਾਇਆ ਜਾਂ ਵਿਜ਼ਨ 'ਚ ਦਿਖਾਇਆ ਉੱਦਾਂ ਹੀ ਇਨ ਬਿਨ ਉੱਥੇ ਹੋਣਾ ਚਾਹੀਦਾ। ਜਿੱਦਾਂ ਤੁਸੀਂ ਦੇਖਣ ਗਏ ਦੂਜੇ ਦੇ ਘਰ ਰਿਸ਼ਤਾ, ਤੇ ਪ੍ਰਭੂ ਨੇ ਤੁਹਾਨੂੰ ਦਿਖਾਇਆ ਕਿ 3 ਜਣੇ ਤੁਸੀਂ ਆ, 3 ਜਣੇ ਹੋ ਆ, ਪਰ ਜਦੋਂ ਤੁਸੀਂ ਰਿਸ਼ਤਾ ਦੇਖਣ ਗਏ ਉੱਥੇ 4 ਜਣੇ ਸੀ ਅੱਗੋਂ। ਇਹਦਾ ਮਤਲਬ ਇਹ ਪ੍ਰਭੂ ਵੱਲੋਂ ਰਿਸ਼ਤਾ ਨਹੀਂਗਾ। ਜੋ ਪ੍ਰਭੂ ਨੇ ਤੁਹਾਨੂੰ ਸੁਪਨੇ 'ਚ ਦਿਖਾਇਆ, ਜੋ ਵਿਜ਼ਨ ਦੇ ਵਿੱਚ ਦਿਖਾਇਆ, ਉਹ ਇਨ ਬਿਨ ਉਸੇ ਤਰ੍ਹਾਂ ਹੋਣਾ ਚਾਹੀਦਾ ਜਿੱਦਾਂ ਅਬਰਾਹਮ ਦੇ ਨੌਕਰ ਨੇ ਕਿਹਾ ਸੀ ਕਿ ਜਿਸ ਲੜਕੀ ਨੂੰ ਮੈਂ ਕਹਾਂ ਮੈਨੂੰ ਪਾਣੀ ਪਿਲਾ, ਉਹ ਕਵੇ ਕਿ ਮੈਂ ਤੇਰੇ ਊਠਾਂ ਨੂੰ ਵੀ ਪਿਲਾਵਾਂਗੀ। ਅਸੀਂ ਇਸ ਤਰ੍ਹਾਂ ਦਾ ਵੀ ਪ੍ਰਭੂ ਤੋਂ ਕੋਈ ਇਸ਼ਾਰਾ ਮੰਗ ਸਕਦੇ ਹਾਂ। ਤੇ ਜੇ ਤਾਂ ਇਦਾਂ ਵੀ ਹੋ ਸਕਦਾ ਕਿ ਜਿਸ ਘਰ ਵਿੱਚ ਤੁਸੀਂ ਜਾਓ ਰਿਸ਼ਤਾ ਦੇਖਣ, ਪ੍ਰਭੂ ਤੁਹਾਨੂੰ ਉਸ ਘਰ ਦੀ ਤਸਵੀਰ ਦਿਖਾਵੇ ਕਿ ਤੁਸੀਂ ਜਦੋਂ ਘਰ ਦੇ ਵਿੱਚ ਐਂਟਰ ਕਰਨਾ, ਬਾਹਰ ਇੱਕ ਕਾਰ ਖੜੀ ਹੋਣੀ ਆ, ਜਿਹੜੀ ਕਾਰ ਤੁਹਾਨੂੰ ਦਿਖਾਈ ਆ ਸੇਮ ਐਜ਼ ਇਟ ਇਜ਼ ਉਹ ਕਾਰ ਖੜੀ ਹੋਣੀ ਚਾਹੀਦੀ। ਕਾਰ ਹੋਰ ਵੀ ਹੋ ਸਕਦੀ ਆ, ਪਰ ਪ੍ਰਭੂ ਜਦੋਂ ਦੱਸਦੇ ਆ ਉਹ ਸੇਮ ਐਜ਼ ਇਟ ਇਜ਼ ਦੱਸਦੇ ਆ। ਤੇ ਜਦੋਂ ਅਸੀਂ ਅੰਦਰ ਐਂਟਰ ਕਰਨਾ, ਹੋ ਸਕਦਾ ਤੁਸੀਂ ਅੰਦਰ ਘਰ ਦੇ ਵਿੱਚ ਜਾਓ, ਤੁਹਾਨੂੰ ਪ੍ਰਭੂ ਦਿਖਾਉਣਗੇ ਉੱਥੇ ਇੱਕ ਸਲੀਬ ਲੱਗੀ ਹੋਊਗੀ ਜਾਂ ਸਲੀਬ ਦਾ ਕੋਈ ਨਿਸ਼ਾਨ ਹੋਊਗਾ ਤੁਹਾਡੇ ਸਾਹਮਣੇ ਘਰ ਵੜਦੇ ਆਂ। ਇਸ ਤਰ੍ਹਾਂ ਇਨ ਬਿਨ ਉਹ ਉਸੇ ਤਰ੍ਹਾਂ ਹੋਣਾ ਚਾਹੀਦਾ, ਫਿਰ ਆਪਾਂ ਮੰਨ ਸਕਦੇ ਹਾਂ ਕਿ ਉਹ ਪ੍ਰਭੂ ਵੱਲੋਂ ਜਿਹੜਾ ਇਸ਼ਾਰਾ ਜਿਹੜਾ ਉਹ ਠੀਕ ਆ। ਇਸ ਤਰ੍ਹਾਂ ਅਸੀਂ ਪ੍ਰਭੂ ਤੋਂ ਇਸ਼ਾਰਾ ਲੈ ਕੇ ਆਪਣੇ ਬੱਚਿਆਂ ਦੇ ਜਿਹੜੇ ਰਿਸ਼ਤੇ ਆ ਉਹ ਕਰ ਸਕਦੇ ਹਾਂ। ਅੱਗੇ ਇਹ ਤਾਂ ਹੋ ਗਿਆ ਕਿ ਅਸੀਂ ਪ੍ਰਭੂ ਤੋਂ ਪੁੱਛ ਕੇ ਜਿਹੜਾ ਉਹ ਰਿਸ਼ਤਾ ਕਰ ਸਕਦੇ ਹਾਂ। ਜਿਹੜੀ ਅਗਲੀ ਗੱਲ ਆ ਉਹ ਇਹ ਹੈਗੀ ਆ ਕਿ ਮੰਨ ਲਓ ਕਿ ਇਹ ਤਾਂ ਹੈਗਾ ਕਿ ਜੇ ਹਲੇ ਆਪਾਂ ਰਿਸ਼ਤਾ ਕਰਨਾ, ਪਰ ਜੇ ਹੁਣ ਤੁਸੀਂ ਪ੍ਰਭੂ 'ਚ ਆਏ ਆ ਪਰ ਰਿਸ਼ਤਾ ਹੋ ਚੁੱਕਿਆ, ਤੁਹਾਡਾ ਵਿਆਹ ਹੋ ਚੁੱਕਿਆ, ਪਰ ਅੱਧੇ ਪ੍ਰਾਣੀ ਜਿਹੜੇ ਉਹ ਪ੍ਰਭੂ ਨੂੰ ਮੰਨਦੇ ਆ, ਅੱਧੇ ਨਹੀਂ ਮੰਨਦੇ। ਭਾਵ ਵਾਈਫ ਮੰਨਦੀ ਆ ਜਾਂ ਹਸਬੈਂਡ ਨਹੀਂ ਮੰਨਦਾ, ਦੋਨਾਂ 'ਚੋਂ ਇੱਕ ਪ੍ਰਾਣੀ ਮੰਨਦਾ, ਫਿਰ ਉਹਦਾ ਅਸੀਂ ਕੀ ਹੱਲ ਕਰੀਏ? ਜਿਹੜੀ ਜੜ ਬਣ ਚੁੱਕੀ ਆ ਲੜਾਈ ਦੀ। ਕਿਉਂਕਿ ਜਦੋਂ ਹੀ ਸੰਡੇ ਆਉਣਾ, ਜੀਵਨ ਸਾਥੀ ਨੇ ਕਹਿਣਾ ਮੈਂ ਉੱਥੇ ਜਾਣਾ ਤੇ ਦੂਜੇ ਜੀਵਨ ਸਾਥੀ ਨੇ ਕਹਿਣਾ ਕਿ ਮੈਂ ਚਰਚ ਜਾਣਾ। ਇਹਦੇ ਲਈ ਅਸੀਂ ਜ਼ੋਰ ਨਹੀਂ ਪਾਉਣਾ। ਅਸੀਂ ਇਹਦੇ ਲਈ ਕੋਈ ਬਾਈਬਲ ਦੇ ਵਿੱਚੋਂ ਆਪਣੇ ਵਾਈਫ ਨੂੰ ਜਾਂ ਹਸਬੈਂਡ ਨੂੰ ਸਮਝਾਉਣਾ ਨਹੀਂ, ਜ਼ਬਰਦਸਤੀ ਉਹਨੂੰ ਚਰਚ ਨਹੀਂ ਲੈ ਕੇ ਜਾਣਾ, ਜ਼ਬਰਦਸਤੀ ਉਹਨੂੰ ਕਹਿਣਾ ਨਹੀਂ ਕਿ ਤੂੰ ਬਾਈਬਲ ਪੜ੍ਹ, ਜ਼ਬਰਦਸਤੀ ਉਹਨੂੰ ਨਹੀਂ ਕਹਿਣਾ ਕਿ ਤੂੰ ਪ੍ਰੇਅਰ ਕਰ। ਕਿਉਂਕਿ ਜਦੋਂ ਅਸੀਂ ਜ਼ਬਰਦਸਤੀ ਕਰਦੇ ਹਾਂ ਤੇ ਉਹ ਸਾਡੀ ਗੱਲ ਨਹੀਂ ਮੰਨਦੇ। ਅਸੀਂ ਉਹਦੇ ਲਈ ਪ੍ਰਾਰਥਨਾ ਕਰਾਂਗੇ, ਕਿਉਂਕਿ ਸਾਡੇ ਲਈ ਵੀ ਕਿਸੇ ਨੇ ਪ੍ਰਾਰਥਨਾ ਕੀਤੀ ਸੀ ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਸੀ। ਕਿਉਂਕਿ ਜਦੋਂ ਸਾਨੂੰ ਕੋਈ ਪ੍ਰਭੂ ਬਾਰੇ ਦੱਸਦਾ ਸੀ ਅਸੀਂ ਸੁਣਦੇ ਨਹੀਂ ਸੀ। ਜੇ ਸਾਨੂੰ ਕੋਈ ਕਹਿੰਦਾ ਸੀ ਚਰਚ ਆ ਜਾ ਚੱਲੀਏ, ਅਸੀਂ ਕਹਿੰਦੇ ਸੀ ਕਿ ਉਹ ਗੋਰਿਆਂ ਦਾ ਗੁਰੂ ਆ, ਅਸੀਂ ਚਰਚ ਨਹੀਂ ਜਾਣਾ। ਪਰ ਸਾਡੇ ਲਈ ਕਿਸੇ ਨੇ ਪ੍ਰੇਅਰ ਕੀਤੀ ਤਾਂ ਸਾਡਾ ਜੀਵਨ ਬਦਲਿਆ, ਸਾਡਾ ਮਨ ਬਦਲਿਆ ਪਰਮੇਸ਼ਰ ਨੇ। ਇਸੇ ਤਰ੍ਹਾਂ ਅਗਰ ਕੋਈ ਰਿਸ਼ਤਾ ਤੁਹਾਡਾ ਨਹੀਂ ਮੰਨਦਾ, ਤੁਹਾਡੀ ਵਾਈਫ ਨਹੀਂ ਮੰਨਦੀ, ਹਸਬੈਂਡ ਨਹੀਂ ਮੰਨਦਾ, ਅਗਰ ਹੁਣ ਮੈਰਿਜ ਹੋ ਚੁੱਕੀ ਆ, ਉਹ ਜੜ ਬਣ ਚੁੱਕੀ ਆ, ਹੁਣ ਤੁਸੀਂ ਉਹਦੇ ਲਈ ਪ੍ਰੇਅਰ ਕਰੋ। ਪ੍ਰੇਅਰ ਦੇ ਨਾਲ ਤੁਸੀਂ ਆਪਣੇ ਜੀਵਨ ਸਾਥੀ ਨੂੰ ਬਦਲ ਸਕਦੇ ਆ। ਉਹਦੇ ਨਾਲ ਨਾਲ ਆਪਾਂ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੁੰਦੀਆਂ ਜਿਹੜੇ ਸਾਡੇ ਜੀਵਨ ਦੇ ਵਿੱਚ, ਸੁਖੀ ਜੀਵਨ ਦੇ ਵਿੱਚ ਜਿਹੜੀਆਂ ਉਹ ਲੜਾਈਆਂ ਪੈਦਾ ਕਰਦੀਆਂ। ਜਿਸ ਤਰ੍ਹਾਂ ਆਪਾਂ ਪਹਿਲੋਂ ਵਾਈਫ ਤੇ ਆ ਜਾਂਦੇ ਕਿ ਅਗਰ ਸਾਡੀ ਵਾਈਫ ਨਹੀਂ ਮੰਨਦੀ ਹੈਗੀ, ਅਸੀਂ ਉਹਨੂੰ ਜੇ ਜ਼ਬਰਦਸਤੀ ਕਵਾਂਗੇ ਤੇ ਉਹ ਘਰ ਦੇ ਵਿੱਚ ਕੀ ਆ ਵੀ ਲੜਾਈ ਕਰੂਗੀ। ਇਸ ਤੋਂ ਬੈਟਰ ਇਹ ਆ ਉਹਦੇ ਲਈ ਪ੍ਰੇਅਰ ਕਰੋ। ਪਲੱਸ ਅਗਰ ਤੁਸੀਂ ਉਹਨੂੰ ਮਨਾਉਣਾ ਆ, ਤੁਸੀਂ ਚਾਹੁੰਦੇ ਕਿ ਉਹ ਤੁਹਾਡੇ ਨਾਲ ਚਰਚ ਜਾਵੇ, ਤੁਹਾਡੇ ਨਾਲ ਪ੍ਰੇਅਰ ਕਰੇ, ਉਹ ਹਰ ਸੰਡੇ ਚਰਚ ਜਾਇਆ ਕਰੇ, ਤੁਹਾਡੀ ਆਗਿਆਕਾਰ ਹੋਵੇ, ਤੁਸੀਂ ਕੀ ਕਰਨਾ ਕਿ ਉਹਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦਾ ਆਦਰ ਮਾਣ ਸਤਿਕਾਰ ਕਰਨਾ। ਜਿਹੜੇ ਤੁਹਾਡੀ ਵਾਈਫ ਦੇ ਭੈਣ ਭਰਾ ਆ, ਤੁਹਾਡੀ ਵਾਈਫ ਦੇ ਮੰਮੀ ਡੈਡੀ, ਕਿਉਂਕਿ ਮਾਤਾ ਪਿਤਾ ਦਾ ਆਦਰ ਕਰਨਾ ਬਹੁਤ ਜ਼ਰੂਰੀ ਆ। ਸਾਨੂੰ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ। ਪਲੱਸ ਜਿਹੜੇ ਮਾਤਾ ਪਿਤਾ ਦੇ ਸਮਾਨ ਸਾਡੇ ਰਿਸ਼ਤੇ ਆ ਉਹਦਾ ਆਦਰ ਕਰਨਾ ਚਾਹੀਦਾ। ਜਿੱਦਾਂ ਸਾਡੇ ਮਾਮਾ ਮਾਮੀ ਆ, ਚਾਚਾ ਚਾਚੀ ਆ, ਤਾਇਆ ਤਾਈ ਆ, ਭੂਆ ਫੁੱਫੜ ਆ,
ਇਹ ਸਾਰੇ ਰਿਸ਼ਤੇ ਜਿਹੜੇ ਸਾਡੇ ਮਾਤਾ ਪਿਤਾ ਦੇ ਸਮਾਨ ਆ। ਮਾਤਾ ਪਿਤਾ ਦਾ ਆਦਰ ਕਰਨ ਦਾ ਮਤਲਬ ਇਹ ਨਹੀਂ ਕਿ ਮਾਤਾ ਪਿਤਾ ਦਾ ਆਦਰ ਕਰਨਾ ਦੂਜਿਆਂ ਦਾ ਨਹੀਂ ਕਰਨਾ। ਜਿਹੜੇ ਤੁਹਾਡੀ ਵਾਈਫ ਦੇ ਮਾਤਾ ਪਿਤਾ ਆ, ਉਹਦੇ ਜਿੰਨੇ ਵੀ ਰਿਸ਼ਤੇਦਾਰ ਆ, ਉਹਦਾ ਆਦਰ ਮਾਣ ਸਤਿਕਾਰ ਕਰੋ ਜਦੋਂ ਉਹ ਘਰ ਆਉਂਦੇ ਆ। ਆਪਣੀ ਚਾਲ ਢਾਲ ਦੇ ਅਨੁਸਾਰ ਉਹਨਾਂ ਨੂੰ ਤੁਸੀਂ ਆਪਣੀ ਵਾਈਫ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੇ ਜਿਹੜੇ ਤੁਹਾਡੇ ਬ੍ਰਦਰ ਇਨ ਲਾਅ ਆ, ਸਿਸਟਰ ਇਨ ਲਾਅ ਆ, ਤੁਹਾਡੇ ਫਾਦਰ ਇਨ ਲਾਅ ਆ, ਮਦਰ ਇਨ ਲਾਅ ਆ, ਉਹਨਾਂ ਦਾ ਪੂਰੀ ਰਿਸਪੈਕਟ ਕਰੋ, ਪੂਰੀ ਇੱਜ਼ਤ ਕਰੋ। ਜੇ ਤੁਹਾਡੀ ਵਾਈਫ ਨਹੀਂ ਮੰਨਦੀ ਹੈਗੀ, ਤੁਹਾਡੇ ਨਾਲ ਹਲੇ ਮਤਲਬ ਕਿ ਲੜਦੀ ਆ ਜਾਂ ਪੂਰੀ ਤਰ੍ਹਾਂ ਪ੍ਰਭੂ ਦੇ ਵਿੱਚ ਨਹੀਂ ਹੈ, ਇਹ ਫਿਰ ਆਪਾਂ ਇਦਾਂ ਨਹੀਂ ਕਰਨੀ ਕਿ ਆਪਾਂ ਉਹਦੇ ਰਿਸ਼ਤੇਦਾਰਾਂ ਨੂੰ ਬੁਰਾ ਭਲਾ ਕਹੀਏ ਜਾਂ ਅਸੀਂ ਉਹਨਾਂ ਦਾ ਆਇਆਂ ਦਾ ਆਦਰ ਮਾਣ ਸਤਿਕਾਰ ਨਾ ਕਰੀਏ। ਕਈ ਵੇਲੇ ਸਾਡੇ ਮਨ 'ਚ ਹੋ ਜਾਂਦਾ ਕਿ ਇਹ ਸਾਡੀ ਗੱਲ ਨਹੀਂ ਮੰਨਦੀ, ਅਸੀਂ ਇਦਾਂ ਕਰਕੇ, ਜੇ ਇਹ ਸਾਨੂੰ ਤੰਗ ਕਰਦੀ ਅਸੀਂ ਇਦਾਂ ਇਹਨੂੰ ਤੰਗ ਕਰੀਏ। ਇਦਾਂ ਨਹੀਂ ਕਰਨਾ। ਅਸੀਂ ਉਹਨੂੰ ਇਹ ਲੱਗੇ ਕਿ ਇਹ ਚਰਚ ਜਾਂਦਾ ਆ, ਚਰਚ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਦਾ ਆ। ਸਿੱਖਿਆ ਦੇ ਵਿੱਚ ਹੈਗਾ ਕਿ ਮਾਤਾ ਪਿਤਾ ਦਾ ਆਦਰ ਕਰੋ, ਆਪਣੇ ਹਰ ਰਿਸ਼ਤੇ ਦਾ ਆਦਰ ਕਰੋ, ਪ੍ਰਾਹੁਣਚਾਰੀ ਕਰਨ ਨਾ ਭੁੱਲਿਓ। ਇਸ ਤਰ੍ਹਾਂ ਜਦੋਂ ਆਪਾਂ ਆਪਣੀ ਵਾਈਫ ਦੇ ਰਿਸ਼ਤੇਦਾਰਾਂ ਦਾ, ਉਹਦੇ ਸਾਰੇ ਰਿਸ਼ਤੇਦਾਰਾਂ ਦਾ ਆਦਰ ਮਾਣ ਸਤਿਕਾਰ ਕਰਾਂਗੇ, ਉਹਨਾਂ ਨੂੰ ਇੱਜ਼ਤ ਦੇਵਾਂਗੇ। ਜਦੋਂ ਸਾਡੇ ਘਰ ਮਿਲਣ ਆਉਂਦੇ ਆ, ਅਸੀਂ ਅੱਛੇ ਪਕਵਾਨ ਬਣਾ ਕੇ ਉਹਨਾਂ ਨੂੰ ਖਿਲਾਵਾਂਗੇ, ਤਾਂ ਕਿ ਇਹ ਸਾਡੀ ਵਾਈਫ ਦੇਖੂਗੀ ਕਿ ਭਾਵੇਂ ਮੈਂ ਇਹਦੇ ਨਾਲ ਲੜਦੀ ਆ, ਪਰ ਇਹ ਤਾਂ ਬਹੁਤ ਚੰਗਾ ਆ। ਇਹਦਾ ਮਤਲਬ ਜੇ ਇਹ ਚੰਗਾ ਹੈ, ਇਹਨੂੰ ਚਰਚ ਵਿੱਚ ਉਹ ਸਿੱਖਿਆ ਮਿਲੀ ਆ ਕਿ ਤੂੰ ਸਾਰਿਆਂ ਦਾ ਭਲਾ ਕਰ, ਸਾਰਿਆਂ ਦਾ ਸਤਿਕਾਰ ਕਰ, ਸਾਰਿਆਂ ਦਾ ਆਦਰ ਕਰ। ਉਹ ਤੁਹਾਡੀ ਵਾਈਫ ਦੇ ਮਨ ਦੇ ਵਿੱਚ ਆਊਗਾ ਭਾਈ ਕਿ ਮੈਂ ਇਹਦਾ ਕਹਿਣਾ ਨਹੀਂ ਮੰਨਦੀ, ਮੈਂ ਚਰਚ ਵੀ ਨਹੀਂ ਜਾਂਦੀ, ਪ੍ਰੇਅਰ ਵੀ ਨਹੀਂ ਕਰਦੀ, ਮੈਂ ਇਹਦੇ ਹੁਕਮਾਂ ਦੇ ਹੁਕਮ ਵੀ ਨਹੀਂ ਮੰਨਦੀ, ਤਦ ਵੀ ਜਿਹੜਾ ਹੈਗਾ ਆ ਇਹ ਮੇਰੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਆਦਰ ਮਾਣ ਕਰਦਾ, ਇਹ ਪੂਰੇ ਆਪਣੇ ਪਤੀ ਹੋਣ ਦਾ, ਹਸਬੈਂਡ ਹੋਣ ਦਾ ਫਰਜ਼ ਨਿਭਾ ਰਿਹਾ। ਤੇ ਤੁਹਾਡੀ ਚਾਲ ਢਾਲ ਦੇ ਕਾਰਨ ਜਿਹੜੀ ਤੁਹਾਡੀ ਪਤਨੀ ਆ ਉਹ ਪ੍ਰਭੂ ਦੇ ਵਿੱਚ ਆ ਜਾਏਗੀ। ਇਸੇ ਤਰ੍ਹਾਂ ਆਪਾਂ ਜਿਹੜੀ ਵਾਈਫ ਆ, ਬਾਈਬਲ ਦੇ ਵਿੱਚ ਲਿਖਿਆ, ਆਪਾਂ ਹੋਰ ਇੱਕ ਆਇਤ ਦੇਖਦੇ ਹਾਂ, ਇਹ ਉਤਪਤ 3:16। ਉਹਦੇ ਵਿੱਚ ਲਿਖਿਆ, ਉਸ ਨੇ ਤੀਵੀਂ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਨੂੰ ਬਹੁਤ ਵਧਾਵਾਂਗਾ, ਪੀੜ ਨਾਲ ਤੂੰ ਬੱਚੇ ਜਣੇਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। ਬਾਈਬਲ ਦੇ ਵਿੱਚ ਹੁਣ ਲਿਖਿਆ ਆ ਕਿ ਜਿਹੜਾ ਪਤੀ ਆ ਆਪਣੀ ਪਤਨੀ ਤੇ ਹੁਕਮ ਚਲਾਵੇਗਾ। ਜਿਨ੍ਹਾਂ ਘਰਾਂ ਦੇ ਵਿੱਚ, ਜਿਹੜੇ ਬਿਜ਼ਨਸ ਦੇ ਵਿੱਚ ਜਾਂ ਜਿਸ ਵੀ ਖੇਤਰ ਦੇ ਵਿੱਚ ਪਤਨੀ ਪ੍ਰਧਾਨ ਆ, ਉਹ ਘਰ ਦੇ ਵਿੱਚ ਹੁਕਮ ਚਲਾਉਂਦੀ, ਉਹ ਘਰ ਸੁਖੀ ਨਹੀਂ ਰਹਿ ਸਕਦਾ। ਕਿਉਂਕਿ ਬਾਈਬਲ ਕਹਿੰਦੀ ਕਿ ਤੇਰਾ ਪਤੀ ਤੇਰੇ ਉੱਤੇ ਹੁਕਮ ਚਲਾਵੇਗਾ। ਹੁਕਮ ਚਲਾਉਣ ਦਾ ਮਤਲਬ ਇਹ ਨਹੀਂ ਕਿ ਪਤਨੀ ਗੁਲਾਮ ਹੋ ਗਈ, ਪਰ ਕਈਆਂ ਘਰਾਂ ਦੇ ਵਿੱਚ ਕੀ ਹੁੰਦਾ ਕਿ ਵਾਈਫ ਘਰ ਦੀ ਪ੍ਰਧਾਨ ਬਣੀ ਹੁੰਦੀ ਆ। ਛੋਟੇ ਤੋਂ ਲੈ ਕੇ ਵੱਡੇ ਕੰਮਾਂ ਤੱਕ, ਭਾਵੇਂ ਬੱਚਿਆਂ ਦੇ ਰਿਸ਼ਤੇ ਕਰਨੇ ਆ, ਕੋਈ ਬਿਜ਼ਨਸ ਕਰਨਾ, ਕੋਈ ਮਕਾਨ ਬਣਾਉਣਾ, ਘਰ ਬਣਾਉਣਾ, ਉਹ ਕੀ ਆ ਕਿ ਪਤੀ ਨੂੰ ਪੁੱਛਦੇ ਹੀ ਨਹੀਂਗੇ। ਪਤੀ ਦੀ ਕੋਈ ਵੈਲਿਊ ਨਹੀਂ ਹੁੰਦੀ ਘਰ ਦੇ ਵਿੱਚ। ਉਸ ਘਰ ਦੇ ਵਿੱਚ ਲਿਖ ਲਓ ਕਦੀ ਸੁੱਖ ਨਹੀਂ ਆਊਗਾ, ਉਹ ਸੁਖੀ ਜੀਵਨ ਨਹੀਂ ਬਤੀਤ ਕਰ ਸਕਦੇ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ, ਪਹਿਲੋਂ ਪ੍ਰਭੂ ਨੇ, ਪਿਤਾ ਪਰਮੇਸ਼ਰ ਨੇ, ਪਿਤਾ ਯਹੋਵਾ ਨੇ ਆਦਮੀ ਨੂੰ ਬਣਾਇਆ, ਫਿਰ ਆਦਮੀ ਦੇ ਵਿੱਚੋਂ ਪਸਲੀ ਕੱਢੀ, ਔਰਤ ਨੂੰ ਬਣਾਇਆ, ਤੇ ਉਹਨੇ ਆਦਮੀ ਨੂੰ ਔਰਤ ਦਿੱਤੀ ਕਿ ਇਹ ਤੇਰੀ ਸਹਾਇਕਣ ਆ। ਅਸੀਂ ਪੂਰੇ ਜੀਵਨ ਦੇ ਵਿੱਚ ਆਪਣੇ ਪਤੀ ਦੀ ਸਹਾਇਤਾ ਕਰਨੀ, ਜੀਵਨ ਜੀਣ ਦੇ ਵਿੱਚ ਹਰ ਕੰਮ ਉਹਦੇ ਕੋਲੋਂ ਪੁੱਛ ਕੇ ਕਰੋ, ਹਰ ਵੇਲੇ ਉਹਦੀ ਸਲਾਹ ਲਓ। ਬੱਚਿਆਂ ਦੀ ਮੈਰਿਜ ਕਰਨੀ ਆ, ਮਕਾਨ ਬਣਾਉਣੇ, ਵੱਡੇ ਕੰਮ ਆ ਚਾਹੇ ਛੋਟੇ ਕੰਮ, ਆਪਣੇ ਹਸਬੈਂਡ ਦੀ ਸਲਾਹ ਨਾ ਕਰੋ। ਤੁਸੀਂ ਪ੍ਰਧਾਨ ਨਾ ਬਣੋ। ਪਤਨੀਆਂ ਨੂੰ ਇਹ ਮੇਰੀ ਬੇਨਤੀ ਹੈ ਕਿ ਘਰ ਦੇ ਵਿੱਚ ਪ੍ਰਧਾਨ ਨਾ ਬਣੋ, ਕਿਉਂਕਿ ਜੇ ਤੁਸੀਂ, ਜਿਹੜਾ ਔਰਤ ਪ੍ਰਧਾਨ ਘਰ ਆ ਨਾ, ਉਹ ਸੁਖੀ ਨਹੀਂ ਰਹਿ ਸਕਦਾ, ਕਿਉਂਕਿ ਪਰਮੇਸ਼ਰ ਨੇ ਪਤੀ ਨੂੰ ਪਹਿਲਾਂ ਅੱਗੇ ਕੀਤਾ ਆ। ਆਪਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗੁਲਾਮ ਹੋ ਗਏ। ਸਲਾਹ ਦੇ ਨਾਲ ਚੱਲੋ, ਦੋਨਾਂ ਦੀ ਬਰਾਬਰ ਸਲਾਹ ਲਓ, ਰਾਏ ਲਓ, ਪਰਿਵਾਰ ਦੀ ਸਲਾਹ ਲਓ। ਅੱਗੇ ਅਸੀਂ ਆ ਜਾਂਦੇ ਹਾਂ ਕਿ ਇਹਦੇ ਵਿੱਚ ਪਤੀ ਦਾ ਕੀ ਰੋਲ ਆ। ਮੰਨ ਲਓ ਕਿਸੇ ਦਾ ਪਤੀ ਨਹੀਂ ਮੰਨਦਾ ਹੈਗਾ, ਜਾਂ ਉਹ ਸ਼ਰਾਬ ਪੀਂਦਾ ਆ, ਉਹ ਪ੍ਰਭੂ ਨੂੰ ਨਹੀਂ ਮੰਨਦਾ ਪਰ ਪਤਨੀ ਮੰਨਦੀ ਆ। ਬਾਈਬਲ ਦੇ ਵਿੱਚ ਲਿਖਿਆ ਕਿ ਆਪਣੀ ਚਾਲ ਢਾਲ ਦੇ ਕਾਰਨ, ਚੰਗੇ ਪਵਿੱਤਰ ਚਰਿੱਤਰ ਦੇ ਕਾਰਨ ਤੁਸੀਂ ਆਪਣੇ ਪਤੀਆਂ ਨੂੰ ਬਦਲ ਸਕਦੇ ਹੋ। ਜੇ ਤੁਹਾਡਾ ਪਤੀ ਹਲੇ ਨਹੀਂ ਚਰਚ ਜਾਂਦਾ, ਉਹ ਪ੍ਰਭੂ ਨੂੰ ਨਹੀਂ ਮੰਨਦਾ ਪਰ ਤੁਸੀਂ ਮੰਨਦੇ ਆ, ਪਹਿਲੀ ਗੱਲ ਤਾਂ ਚਾਹੀਦਾ ਤਾਂ ਇਹ ਸੀ ਕਿ ਤੁਸੀਂ ਮੈਰਿਜ ਹੀ ਉੱਥੇ ਕਰੋ ਜਿੱਥੇ
ਮੰਨਦੇ ਆ। ਪਰ ਚਲੋ ਮੈਰਿਜ ਹੋ ਗਈ, ਪਹਿਲਾਂ ਅਸੀਂ ਨਹੀਂ ਜਾਣਦੇ ਸੀ ਕਿ ਇਦਾਂ ਕਰਨਾ, ਹੁਣ ਕੀ ਕਰਨਾ, ਉਹੀ ਮਾਤਾ ਪਿਤਾ ਦਾ ਆਦਰ ਕਰੋ। ਜਿਹੜੇ ਤੁਹਾਡੇ ਪਤੀ ਦੇ ਰਿਸ਼ਤੇਦਾਰ ਆ, ਜਿੰਨੇ ਵੀ ਰਿਸ਼ਤੇਦਾਰ ਜਦੋਂ ਘਰ ਮਿਲਣ ਆਉਂਦੇ ਉਹਨਾਂ ਦਾ ਪੂਰਾ ਆਦਰ ਮਾਣ ਸਤਿਕਾਰ ਕਰੋ। ਕਿਉਂਕਿ ਪਤੀ ਜਦੋਂ ਤਾਂ ਕਈ ਵਾਰੀ ਇਦਾਂ ਹੁੰਦਾ ਕਿ ਜਦੋਂ ਪਤੀ ਦੇ ਰਿਸ਼ਤੇਦਾਰ ਆਉਂਦੇ ਆ ਤੇ ਵਾਈਫ ਕਈ ਵੇਲੇ ਬਿਮਾਰ ਹੋ ਜਾਂਦੀ ਆ ਜਾਣ ਬੁੱਝ ਕੇ ਕਿ ਸਾਨੂੰ ਦਾਲ ਸਬਜ਼ੀ ਰੋਟੀ ਪਾਣੀ ਬਣਾਉਣਾ ਪੈਣਾ, ਪਰ ਜਦੋਂ ਪੇਕਿਆਂ ਤੋਂ ਕੋਈ ਗੈਸਟ ਆਉਂਦੇ ਆ ਤੇ ਉਹਨਾਂ ਨੂੰ ਚਾਅ ਚੜ ਜਾਂਦਾ। ਉਹੀ ਜਿਹੜਾ ਚਾਅ ਆ ਜਦੋਂ ਤੁਹਾਡੇ ਹਸਬੈਂਡ ਦੇ ਰਿਸ਼ਤੇਦਾਰ ਮਿਲਣ ਆਉਂਦੇ ਘਰ ਦੇ ਵਿੱਚ, ਉਹੀ ਚਾਅ ਉਹਨੂੰ ਦਿਖਾਓ ਜਿੱਦਾਂ ਤੁਹਾਡੇ ਪੇਕੇ ਮਿਲਣ ਆਉਂਦੇ ਆ ਉਦੋਂ ਜਿਹੜਾ ਚਾਅ ਤੁਹਾਨੂੰ ਹੁੰਦਾ। ਤੁਸੀਂ ਆਪਣੇ ਇਨ-ਲॉज ਦੀ ਸੇਵਾ ਕਰੋ, ਆਪਣੇ ਦੇਰ ਦੀ ਜੇਠ ਦੀ ਸੇਵਾ ਕਰੋ, ਨਨਾਣ ਦੀ ਸੇਵਾ ਕਰੋ, ਉਹਦੇ ਹਸਬੈਂਡ ਦੇ ਰਿਸ਼ਤੇਦਾਰਾਂ ਦੀ ਸੇਵਾ ਕਰੋ। ਉਹ ਦੇਖੂਗਾ ਕਿ ਮੇਰੀ ਵਾਈਫ ਚਰਚ ਜਾਂਦੀ ਆ, ਮੈਂ ਉਹਦਾ ਕਹਿਣਾ ਨਹੀਂ ਮੰਨਦਾ, ਮੈਂ ਪ੍ਰਭੂ ਨੂੰ ਨਹੀਂ ਮੰਨਦਾ, ਉਹ ਮੈਨੂੰ ਇੰਨਾ ਕਹਿ ਚੁੱਕੀ ਆ, ਪਰ ਉਹ ਦੇਖੇ ਕਿ ਮੇਰੇ ਪਿਤਾ ਦਾ, ਮੇਰੀ ਮਾਤਾ ਦਾ, ਮੇਰੇ ਭੈਣ ਭਰਾਵਾਂ ਦਾ ਪੂਰਾ ਆਦਰ ਮਾਣ ਸਤਿਕਾਰ ਕਰਦੀ ਆ, ਟਾਈਮ ਸਿਰ ਉਹਨਾਂ ਨੂੰ ਖਾਣਾ ਬਣਾ ਕੇ ਦਿੰਦੀ ਆ, ਟਾਈਮ ਸਿਰ ਘਰ ਦੇ ਸਾਰੇ ਕੰਮ ਕਰਦੀ ਆ, ਉਹਨਾਂ ਦੇ ਕੱਪੜੇ ਵੀ ਧੋਂਦੀ ਆ, ਉਹਨਾਂ ਲਈ ਖਾਣਾ ਬਣਾਉਂਦੀ ਆ, ਹੋਰ ਸਾਰੇ ਘਰ ਦੇ ਕੰਮ ਕਰਦੀ ਆ। ਉਹ ਪਰਿਵਾਰ ਦੇ ਵਿੱਚ ਲੜਦੀ ਵੀ ਨਹੀਂ ਗੀ, ਸਾਰਿਆਂ ਨਾਲ ਮਿੱਠਾ ਬੋਲਦੀ ਆ ਤੇ ਪ੍ਰੇਮ ਪਿਆਰ ਨਾਲ ਰਹਿੰਦੀ ਆ। ਉਹ ਫਿਰ ਦੇਖੂਗਾ ਕਿ ਇਹਨੂੰ ਜਿਹੜੀ ਇਹ ਸਿੱਖਿਆ ਹੈ ਮਿਲਦੀ ਕਿੱਥੋਂ। ਕਿਉਂਕਿ ਅੱਜ ਕੱਲ ਅਗਰ ਹਸਬੈਂਡ ਸ਼ਰਾਬੀ ਆ ਜਾਂ ਹਸਬੈਂਡ ਕਿਤੇ ਹੋਰ ਜਾਂਦਾ ਤੇ ਵਾਈਫ ਕੀ ਕਰਦੀਆਂ ਆ, ਉਹ ਜ਼ਬਰਦਸਤੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੀਆਂ, ਕੋਈ ਚਰਚ ਜਾਂ ਉਹਨਾਂ ਨਾਲ ਲੜਨਾ ਸ਼ੁਰੂ ਕਰ ਦਿੰਦੀਆਂ, ਜਾਂ ਉਹ ਬਾਈਬਲ ਫੜ ਕੇ ਵਚਨ ਦੇ ਵਿੱਚੋਂ ਆਪਣੇ ਹਸਬੈਂਡ ਨੂੰ ਸਮਝਾਉਂਦੀਆਂ। ਪਰ ਬਾਈਬਲ ਦੇ ਵਿੱਚ ਕੀ ਲਿਖਿਆ, ਤੁਹਾਡਾ ਪਤੀ ਤੁਹਾਡੇ ਉੱਤੇ ਹੁਕਮ ਚਲਾਊਗਾ। ਅਗਰ ਤੁਸੀਂ ਜ਼ਬਰਦਸਤੀ ਬਾਈਬਲ 'ਚ ਵਚਨਾਂ 'ਚ ਉਹਨੂੰ ਸਮਝਾਓਗੇ, ਉਹਨੇ ਨਹੀਂ ਸਮਝਣਾ, ਤੁਹਾਡੀ ਚਾਲ ਢਾਲ ਦੇ ਨਾਲ ਉਹਨੇ ਸਮਝਣਾ ਹੈ। ਇਸ ਕਰਕੇ ਜਦੋਂ ਤੁਹਾਡੀ ਚਾਲ ਢਾਲ ਤੁਸੀਂ ਆਦਰ ਮਾਣ ਸਤਿਕਾਰ ਕਰੋਗੇ ਉਹਦੇ ਰਿਸ਼ਤੇਦਾਰਾਂ ਦਾ, ਉਹ ਇੱਕ ਦਿਨ ਦੇਖੂਗਾ ਕਿ ਮੈਂ ਇਹਦਾ ਕਹਿਣਾ ਨਹੀਂ ਮੰਨਦਾ, ਮੈਂ ਸ਼ਰਾਬ ਪੀ ਕੇ ਵੀ ਘਰ ਆਉਣਾ ਆ, ਇਹਦੇ ਨਾਲ ਲੜਦਾ ਵੀ ਆ, ਪਰ ਇਹਨੂੰ ਚਰਚ ਦੇ ਵਿੱਚੋਂ, ਬਾਈਬਲ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਜੀ ਨੇ ਜੋ ਸਿੱਖਿਆ ਦਿੱਤੀ ਉਹਦੇ ਵਿੱਚੋਂ, ਉਹ ਸਿੱਖਿਆ ਦੇ ਨਾਲ ਇਹਨੇ ਮੇਰੇ ਪੂਰੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ ਆ। ਇਹਨੇ ਮੇਰੇ ਮਾਤਾ ਪਿਤਾ ਨੂੰ ਪੂਰਾ ਆਦਰ ਕਰਦੀ ਆ, ਮੇਰੇ ਭੈਣ ਭਰਾਵਾਂ ਨੂੰ ਆਦਰ ਕਰਦੀ। ਜਦੋਂ ਉਹ ਦੇਖੂਗਾ ਕਿ ਇਹ ਸਿੱਖਿਆ ਨੂੰ ਚਰਚ 'ਚੋਂ ਮਿਲੀ ਆ, ਇਹਨੂੰ ਬਾਈਬਲ 'ਚੋਂ ਮਿਲੀ ਆ। ਪਰ ਜੇ ਆਮ ਪਤੀ ਪਤਨੀ ਦੀ ਗੱਲ ਕੀਤੀ ਜਾਵੇ, ਅਗਰ ਪਤੀ ਸ਼ਰਾਬੀ ਆ ਜਾਂ ਉਹ ਨਹੀਂ ਮੰਨਦਾ, ਲੜਦਾ ਘਰ ਆ ਕੇ, ਤਾਂ ਉਹ ਵੀ ਇਦਾਂ ਹੀ ਕਰਦੀਆਂ। ਪਰ ਜਦੋਂ ਬਾਈਬਲ ਦੀ ਸਿੱਖਿਆ ਦੇਖੂਗਾ ਕਿ ਉਹ ਇਸ ਕਰਕੇ ਆਪਣੇ ਪੂਰੇ ਪਰਿਵਾਰ ਨੂੰ ਸੰਭਾਲਿਆ, ਨਾਲੇ ਉਹਦੇ ਮਾਤਾ ਪਿਤਾ ਦਾ, ਰਿਸ਼ਤੇਦਾਰਾਂ ਦਾ ਆਦਰ ਕਰਦੀ, ਇੱਕ ਦਿਨ ਉਹਨੇ ਬਦਲ ਜਾਣਾ। ਤੁਹਾਡੇ ਪਤੀ ਨੇ, ਤੁਹਾਡਾ ਪਤੀ ਤੁਹਾਡੇ ਨਾਲ ਚਰਚ ਵੀ ਜਾਊਗਾ, ਤੁਹਾਡਾ ਪਤੀ ਤੁਹਾਡੇ ਨਾਲ ਬਾਈਬਲ ਵੀ ਪੜ੍ਹੂਗਾ, ਤੁਹਾਡਾ ਹਸਬੈਂਡ ਤੁਹਾਡੇ ਨਾਲ ਬੈਠ ਕੇ ਪ੍ਰੇਅਰ ਵੀ ਕਰੂਗਾ। ਕਿਉਂਕਿ ਪਰਮੇਸ਼ਰ ਦੀ ਗ੍ਰੇਸ ਉਦੋਂ ਘਰ ਦੇ ਵਿੱਚ ਆ ਜਾਂਦੀ, ਪਰਮੇਸ਼ਰ ਦਾ ਸਾਮਰਥ ਉਦੋਂ ਘਰ ਦੇ ਵਿੱਚ ਆ ਜਾਂਦਾ, ਪ੍ਰਭੂ ਦਾ ਅਭਿਸ਼ੇਕ ਪੂਰੇ ਘਰ ਦੇ ਉੱਤੇ ਆ ਜਾਂਦਾ, ਜਦੋਂ ਇੱਕ ਪਤਨੀ ਜਾਂ ਜਦੋਂ ਇੱਕ ਪਤੀ ਜਿਹੜਾ ਬਾਈਬਲ ਦੇ ਵਚਨਾਂ ਦੇ ਚੱਲ ਕੇ ਦੂਜੇ ਆਪਣੇ ਜੀਵਨ ਸਾਥੀ ਨੂੰ ਬਦਲਣਾ ਚਾਹੁੰਦਾ ਹੈ। ਫਿਰ ਪਰਮੇਸ਼ਰ ਵੀ ਸਾਡਾ ਪੂਰਾ ਸਾਥ ਦਿੰਦੇ ਆ, ਸਾਡੇ ਘਰ ਸਵਰਗ ਦੂਤ ਆਉਣਾ ਜਾਣਾ ਸ਼ੁਰੂ ਕਰ ਦਿੰਦੇ ਜਦੋਂ ਆਪਾਂ ਬਾਈਬਲ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਉਂਦੇ ਆ। ਅੱਗੇ ਆਪਾਂ ਇਸ਼ਾਰਾ ਵੀ ਲੈ ਲਿਆ ਤੇ ਆਪਾਂ ਦੇਖਿਆ ਕਿ ਇੱਕ ਪਤੀ ਤੇ ਪਤਨੀ ਦੀ ਜਿਹੜੀ ਭੂਮਿਕਾ ਆ ਇੱਕ ਸੁਖੀ ਜੀਵਨ ਦੇ ਵਿੱਚ, ਜੇ ਇੱਕ ਪ੍ਰਾਣੀ ਵਿੱਚੋਂ ਨਹੀਂ ਮੰਨਦਾ। ਹੁਣ ਅਸੀਂ ਆ ਜਾਂਦੇ ਆ ਵੀ ਜੇ ਘਰ ਦੇ ਵਿੱਚ ਨਸ਼ੇ ਆ, ਸਾਡੇ ਬੱਚੇ ਨਸ਼ੇ ਕਰਦੇ ਆ, ਜਿਹੜੇ ਆਪਾਂ ਪਿਛਲੇ ਭਾਗ ਪਹਿਲਾਂ ਦੇ ਵਿੱਚ ਪੁਆਇੰਟ ਦਿੱਤੇ ਸੀ, ਉਹ ਜਿਹੜੀਆਂ ਜੜ੍ਹਾਂ ਉਹਨਾਂ ਨੂੰ ਖਤਮ ਕਰਨ ਲਈ। ਅਗਰ ਸਾਡੇ ਬੱਚੇ ਨਸ਼ੇ ਕਰਦੇ, ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਛੋਟੇ ਹੁੰਦਿਆਂ ਤੋਂ ਹੀ ਬੱਚਿਆਂ ਨੂੰ ਚਰਚ ਲਿਜਾਇਆ ਕਰੀਏ। ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ 3-4 ਸਾਲ ਦੇ, ਛੋਟੇ ਜਦੋਂ ਤੁਰਦੇ ਆ ਥੋੜਾ ਤੇ ਜਦ ਅਗਰ 3-4 ਲੇਡੀਜ਼ ਅੱਗੇ ਖੜੀਆਂ ਹੋਣ ਤੇ ਉਹਨਾਂ ਦੀ, ਉਸ ਬੱਚੇ ਦੀ ਮਾਤਾ ਵੀ ਖੜੀ ਹੋਵੇ, ਤਾਂ ਉਹਨੇ ਭੱਜ ਕੇ ਆਪਣੇ ਮਾਤਾ ਵੱਲ ਨੂੰ ਹੀ ਜਾਣਾ ਆ। ਇਸ ਤਰ੍ਹਾਂ ਜੇ ਅਸੀਂ ਛੋਟੇ ਹੁੰਦਿਆਂ ਤੋਂ ਬੱਚਿਆਂ ਨੂੰ ਚਰਚ ਲਿਜਾਵਾਂਗੇ, ਉਹਨੇ ਆਟੋਮੈਟਿਕਲੀ ਵੱਡੇ ਹੁੰਦੇ ਨੇ, ਜਿੱਦਾਂ ਵੱਡਾ ਹੋਊਗਾ ਉਹਨੇ ਚਰਚ ਜਾਈ ਜਾਣਾ। ਜਿੱਦਾਂ ਉਹ ਚਰਚ ਜਾਊਗਾ, ਵੱਡਾ ਹੋਊਗਾ, ਉਹਦਾ ਅੰਦਰ ਜਿਹੜਾ ਧੋ ਹੋਈ ਜਾਣਾ। ਜਿੱਦਾਂ ਅਸੀਂ ਸਰੀਰ ਦੀ ਮੈਲ ਲਾਉਂਦੇ ਆ ਸਾਬਣ ਦੇ ਨਾਲ, ਸਾਡੇ ਮਨ ਦੀ ਮੈਲ ਲੱਥਦੀ ਆ। ਤੇ ਜਦੋਂ ਬੱਚੇ ਚਰਚ ਵਿੱਚ ਜਾਂਦੇ ਆ, ਪ੍ਰਭੂ ਦਾ ਸਾਮਰਥ ਉਹਨਾਂ ਨੂੰ ਛੂੰਹਦਾ ਆ, ਉਹ ਫਿਰ ਭੈੜੀ ਸੰਗਤ ਦੇ ਵਿੱਚ, ਬੁਰੀ ਸੰਗਤ ਦੇ ਵਿੱਚ ਵੱਡੇ ਹੋ ਕੇ ਨਹੀਂ ਪੈਂਦੇ, ਕਿਉਂਕਿ ਸਟਾਰਟਿੰਗ ਤੋਂ ਹੀ ਉਹਨਾਂ ਨੂੰ ਸਿੱਖਿਆ ਮਿਲਦੀ ਆ
कि स्टार्टिंग तो ही प्रभु का अभिषेक उन्होंने छूंदा रहिंदा ते उन्होंने बुराई तो बचा के रखदा। उन्हें उस बुरी संगत के लागे भी नहीं जाना जिन्हां विच कई बच्चे अजकल पै के नशे करते हैं। उस तो अगे की आ भी असी हर रोज़ बच्चे छोटे आ जिहड़े पढ़ सकते पंजाबी हिंदी इंग्लिश, असी रोज़ उन्होंने कहना कि कहावतां पढ़ो। कहावतां दे 31 चैप्टर आ, आपां पढ़ना किदां दा, जिन्नी अज तरीक है उन्ना चैप्टर पढ़ना हुंदा। पति पत्नी नूं भी लड़ाई तो बचन दे लई असी रोज़ कहावतां पढ़नी है, क्योंकि कहावतां दे नाल सानूं बुद्ध मिलदी आ, बुद्ध दे नाल साडा जिहड़ी बुद्धि खुलदी आ, दिमाग खुलदा, साडे दिमाग नूं ये पता लगदा, बुद्ध पता लगदा कहावतां पढ़ के कि ये मेरी पत्नी आ, ये मेरा पति आ, मैं इहदे नाल नहीं लड़ना, सानूं बुद्ध आउंदी आ। हुण देखो असी मैरिज करवाई क्यों सी, साडे माता पिता ने साडी मैरिज क्यों करवाई कि साडा जीवन सुखी होवे, असी अपने जीवन साथी नाल प्यार करिए। पर ब्याह तो बाद हुंदा की आ, असी लड़ना शुरू कर दिंदे आ, महीना 2 महीने कढदे आ, क्योंकि सानूं बुद्ध नहीं हुंदी। सानूं कई माता पिता जो समझाउंदे आ, जदों असी लड़दे आ सानूं ओह कहिंदे भी तेरा दिमाग खराब आ। यही दिमाग जिहड़ा आ जदों असी कहावतां पढ़दे आ, बाइबल पवित्र बाइबल दे विचों जदों असी कहावतां पढ़दे आ, साडे दिमाग दी बुद्ध वधदी आ। फिर सानूं पता लगदा कि मैं अपने पति दे नाल नहीं लड़ना, मैं अपनी पत्नी दे नाल नहीं लड़ना, मैं शराब पी के नहीं आउणी घर, इहदे नाल मैं भी दुखी हुंदा, मेरा परिवार भी दुखी हुंदा है। फिर जिहड़ा एक हो गया कि आपां ठीक विआह जे नहीं करना, पहली जिहड़ा आपां ठीक विआह वाला लिया सी पॉइंट, एक तो यह आ भी जिद्दां अब्राहम दे नौकर ने मैरिज दे लई मंगिया इशारा, प्रभु तो इशारा मंगो, तुसीं कुछ भी प्रभु नूं कह सकदे कि प्रभु सानूं आह वाला इशारा चाहिदा। फिर आपां ये भी देखिया कि जिहड़ा एक जीवन साथी चों एक नहीं मनदा उहदा की हल आ, आपां कहावतां पढ़नियां। हर रिश्ते का आदर मान सत्कार करना, चाहे वह पति का रिश्तेदार आ चाहे वह पत्नी का रिश्तेदार आ। तीसरा पॉइंट आपां नशे तो भी देख लिया कि अगर साडा कोई जीवन साथी नशे करदा, साडे बच्चे नशे करदे आ, उहनूं कहावतां जरूर पढ़ाओ ते उहदे लई प्रेयर करो, क्योंकि जदों तुसीं उहनां नूं जबरदस्ती कहने आ, जिहड़ा प्राणी नशे करदा आ, साडा हसबैंड जे नशे करदा कि तू चर्च चल, तू प्रेयर करया कर, उत्थे लोकी नशे छड्डदे आ, तुसीं उहनूं जबरदस्ती नहीं कुछ भी कर सकदे। जिन्ना जबरदस्ती कहोगे उन्हें उन्ना ही तुहाडे नाल लड़ना। इस तो बेस्ट ये आ कि तुसीं प्रेयर करो। आउण वाले दिनां दे विच जिहड़ा जिन्नियां आपां अगे प्रभु दा वचन शेयर करांगे, असीं तुहानूं प्रार्थनावां भी करनियां दस्सांगे, वचन वर्त प्रार्थनावां बारे भी दस्सांगे, स्पैशल प्रेयर बारे भी दस्सांगे, रात नूं जिहड़ी 12 तो 1 प्रेयर करीदी आ ओह किद्दां करीदी उहदे बारे भी आपां दस्सांगे। पार्ट 1 दे विच आपां जड़ां देखियां सी कि ठीक तरीके नाल मैरिज नहीं करनी, उहदे बारे भी आपां सल्यूशन देख लिया। अगर कोई घर दे विच नशे करदा उहदा भी सल्यूशन देख लिया। अगर साडा जीवन साथी नहीं मनदा उहदा भी आपां सल्यूशन देख लिया। पर ये सल्यूशन तां ही होने आ सारे जे असीं 2 घंटे प्रेयर करदे हां। सो सानूं सब नूं 2 घंटे हर रोज़ प्रेयर करनी चाहिदी आ। 1 घंटा असीं प्रेयर करनी, 1 घंटा असीं बाइबल पढ़नी है। ये साडे जीवन का एक हिस्सा होना चाहिए, फिर ही असीं अपने जीवन में सही डिसीजन ले सकते हैं, फिर ही साडा जीवन जिहड़ा सुखां वाल नूं वध सकदा। आने वाले जिन्ने भी वचन आ जां अज दा भी वचन आ, जिद्दां जिद्दां ये वचन तुसीं सुनी जा रहे हैं तुहाडा जीवन सुखी होगा, क्योंकि ये सामर्थ दे नाल भरे होए शब्द आ। जदों ये तुहाडे कन्नां दे विच पैणगे, तुहाडे दिल दे अंदर उतरनगे ते प्रभु दी सामर्थ तुहानूं छूगी ते तुहानूं बल बुद्धि विद्या ज्ञान दऊगी कि असीं अपना जीवन सुखी किस तरह करिए। सो आपां अज दा जिहड़ा वचन है इत्थे ही समाप्त करदे हां। सो सब नूं जय मसीह दी।